ਦੀ ਸ਼ਾਰਟੇਜ ਹੋਣ ਕਰਕੇ ਉਹਨਾਂ ਦੀ ਥਰਮਲ ਦੀ ਪ੍ਰੋਡਕਸ਼ਨ ਖਤਮ ਹੋ ਗਈ ਹੈ। ਉਹਦੇ ਕਰਕੇ ਪਾਵਰ ਕ੍ਰਾਈਸਿਸ ਜਿਹੜਾ ਤੁਸੀਂ ਕਹਿ ਰਹੇ ਹੋ 2 ਜਾਂ 3 ਦਿਨ ਬਿਜਲੀ ਮਿਲਦੀ ਆਉਣਾ, ਮੈਨੂੰ ਲੱਗਦਾ ਕਿ ਅਜਿਹੇ ਮੌਕੇ ਤੇ ਪਾਵਰ ਕ੍ਰਾਈਸਿਸ ਦਾ ਆਉਣਾ, ਕੋਲੇ ਦੀ ਸ਼ਾਰਟੇਜ ਆਉਣਾ ਤੇ ਸਰਕਾਰ ਵੱਲੋਂ ਸ਼ਾਇਦ ਇੰਸ਼ੋਰੈਂਸ ਨਾ ਮਿਲਣ ਕਰਕੇ ਇੰਡਸਟਰੀ ਬੰਦ ਹੋਣਾ ਬਹੁਤ ਇੱਕ ਮੰਦਭਾਗਾ ਵਾ। ਮੈਂ ਕਹਿੰਦਾ ਇੰਡਸਟਰੀ ਸ਼ਿਫਟ ਚਾਈਨਾ ਦੇ ਨਹੀਂ ਹੋ ਰਹੀ, ਕਸਟਮਰ ਦਾ ਫੋਕਸ ਸ਼ਿਫਟ ਹੋ ਰਿਹਾ ਇੰਡੀਆ ਵੱਲ। ਇਸ ਵੇਲੇ ਇਕੱਲਾ ਇੱਕ ਛੋਟੀ MSME ਸੈਕਟਰ ਨਹੀਂ, ਉਹੀ ਸਾਡੇ ਕਾਰਪੋਰੇਟਸ ਤੇ ਐਕਸਪੋਰਟਰ, ਇਹ ਤਿੰਨੋਂ ਦੀ ਇੱਕ ਚੇਨ ਨੂੰ ਇੰਨਾ ਕੁ ਸਟਰੈਂਥਨ ਕਰਨ ਦੀ ਲੋੜ ਹੈਗੀ ਹੈ ਕਿ ਅਸੀਂ ਆਪਣਾ ਇੱਕ ਗੱਠਜੋੜ ਇੰਨਾ ਪੱਕਾ ਕਰ ਲਈਏ। ਅੱਜ ਐਕਸਪੋਰਟਰ ਤੇ OEMs ਖੁੱਲੇ ਆਰਡਰ ਬਾਹਰੋਂ ਲੈ ਕੇ ਆਉਣ। जनहितैषी TRP नहीं खरीदते, भरोसा जीतते हैं हम। सत श्री अकाल जी, मैं संदीप शर्मा एक बार फिर तुहाडे नाल रूबरू हो रहे हैं। तो अज का जिहड़ा साडा टॉपिक है वो है चाइना दे विच चल रहे इलैक्ट्रिसिटी क्राइसिस। जी हाँ, चाइना दे विच इलैक्ट्रिसिटी क्राइसिस चल रहा है, जिहदे करके उत्थे दी इंडस्ट्री कुछ सिलैक्टेड इंडस्ट्री है, ज़्यादा बिजली फूकण वाली जिहड़ी इंडस्ट्री है उन्होंने हफ्ते 2 दिन या 3 दिन चलण की गल की जा रही है। और अगे इदां ਦੀਆਂ भी गल्लां कीतियां जा रही कि शायद वो इंडस्ट्री उत्थे बंद की जाए, सरकार वालों इदां दे डिसीजन लिते जा सकते हैं। पर इस सारे मामले च असी लुधियाना दे विच असी खड़े हैं, अज पहुंचे हैं यूनाइटेड साइकिल पार्ट के प्रधान DS चावला जी कोल। मामला ये है, जानना चाहते हैं कि उत्थे जिहड़ा इलैक्ट्रिसिटी क्राइसिस है और जिहड़ी इंडस्ट्री नूं 2 या 3 दिन चलण की गलबात की जा रही है, वो मौका इंडिया के लिए मौका है या ਇਹਦਾ कोई इंडिया ਤੇ रिवर्स इफेक्ट होएगा। सो गलबात करते हैं चावला जी नाल। सत श्री अकाल सर। ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ। ਜਨਹਿਤੈਸ਼ੀ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਜਿਹੜੇ ਲੱਖਾਂ ਦੀ ਤਾਦਾਦ 'ਚ ਪਹੁੰਚ ਚੁੱਕੇ ਆ, ਮੈਂ ਨਮਸਕਾਰ ਕਰਦਾ। ਤੁਹਾਡਾ ਧੰਨਵਾਦ ਕਰਦਾ ਕਿ ਹਰ ਛੋਟੇ ਤੇ ਵੱਡੇ ਮਸਲੇ ਨੂੰ ਤੁਸੀਂ ਚੁੱਕਣਾ ਸ਼ੁਰੂ ਕੀਤਾ, ਜਿਹਦੇ ਵਾਸਤੇ ਮੈਂ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਵੱਲੋਂ ਤੁਹਾਡੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਵਾਂ। ਜਿਹੜੀ ਗੱਲ ਤੁਸੀਂ ਕੀਤੀ ਹੈ ਚਾਈਨਾ ਦੇ ਵਿੱਚ ਪਾਵਰ ਕ੍ਰਾਈਸਿਸ ਦੀ, ਮੇਰੇ ਧਿਆਨ 'ਚ ਵੀ ਹੈਗਾ ਕਿ ਚਾਈਨਾ ਦੇ ਵਿੱਚ ਕੋਲੇ ਦੀ ਸ਼ਾਰਟੇਜ ਹੋਈ ਹੈ। ਕੋਲੇ ਦੀ ਸ਼ਾਰਟੇਜ ਹੋਣ ਕਰਕੇ ਉਹਨਾਂ ਦੀ ਥਰਮਲ ਦੀ ਪ੍ਰੋਡਕਸ਼ਨ ਖਤਮ ਹੋ ਗਈ ਹੈ। ਉਹਦੇ ਕਰਕੇ ਪਾਵਰ ਕ੍ਰਾਈਸਿਸ ਜਿਹੜਾ ਤੁਸੀਂ ਕਹਿ ਰਹੇ ਹੋ 2 ਜਾਂ 3 ਦਿਨ ਬਿਜਲੀ ਮਿਲਦੀ ਆਉਣਾ ਵਾ, ਬਾਕੀ ਪੂਰਾ ਹਫਤਾ ਬੰਦ ਰਹਿੰਦੀ ਹੈ। ਇਹਦੇ ਨਾਲ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਬਹੁਤ ਵੱਧ ਚੁੱਕੀ ਹੈ ਅਤੇ ਕਈ ਛੋਟੀ ਇੰਡਸਟਰੀ ਵੀ ਜਿਨ੍ਹਾਂ ਨੂੰ ਰॉ ਮਟੀਰੀਅਲ ਦੀ ਘਾਟ ਮਹਿਸੂਸ ਹੋਈ ਹੈ, ਉਹ ਬੰਦ ਵੀ ਹੋ ਚੁੱਕੀਆਂ ਨੇ। ਮੈਨੂੰ ਇਹ ਲੱਗਦਾ ਕਿ ਅਜਿਹੇ ਮੌਕੇ 'ਤੇ ਪਾਵਰ ਕ੍ਰਾਈਸਿਸ ਦਾ ਆਉਣਾ, ਕੋਲੇ ਦੀ ਸ਼ਾਰਟੇਜ ਆਉਣਾ ਅਤੇ ਸਰਕਾਰ ਵੱਲੋਂ ਸ਼ਾਇਦ ਇੰਸ਼ੋਰੈਂਸ ਨਾ ਮਿਲਣ ਕਰਕੇ ਇੰਡਸਟਰੀ ਬੰਦ ਹੋਣਾ ਬਹੁਤ ਇੱਕ ਮੰਦਭਾਗਾ ਵਾ। ਕਿਸੇ ਵੀ ਦੇਸ਼ ਦੀ ਇੰਡਸਟਰੀ ਬੰਦ ਹੋਣ ਨਾਲ ਕਸਟਮਰ ਨੂੰ ਮਾਲ ਮਹਿੰਗਾ ਮਿਲਣਾ ਸ਼ੁਰੂ ਹੋ ਜਾਂਦਾ ਹੈ, ਚਾਹੇ ਉਹ ਇੰਡੀਆ 'ਚ ਆਵੇ ਚਾਹੇ ਵਰਲਡ 'ਚ ਆਵੇ। ਪਰ ਉਹਦੀ ਖੇਪ ਨੂੰ ਪੂਰਾ ਕਰਨਾ ਕਸਟਮਰ ਵਾਸਤੇ ਜ਼ਰੂਰੀ ਹੈ। ਖੇਪ ਨੂੰ ਪੂਰਾ ਕਰਨ ਵਾਸਤੇ ਮੈਂ ਸਮਝਦਾ ਕਿ ਸੈਕਿੰਡ ਲਾਰਜੈਸਟ ਇੰਡਸਟਰੀ ਆਫ ਬਾਈਸਾਈਕਲ ਇਨ ਇੰਡੀਆ ਵਰਲਡ ਦੇ ਵਿੱਚ ਹੈਗੀ ਹੈ। ਸਾਨੂੰ ਗੇਅਰ ਅਪ ਹੋਣਾ ਪਏਗਾ ਕਿਉਂਕਿ ਮੌਕੇ 'ਤੇ ਆਉਂਦੇ ਰਹਿੰਦੇ ਆ। ਜਿਵੇਂ ਚਾਈਨਾ ਦੇ ਵਿੱਚ ਪਹਿਲਾਂ ਮੈਂ ਐਡ ਜ਼ਰੂਰ ਕਰਾਂਗਾ ਇੱਥੇ ਤੁਹਾਡੀ ਇਜਾਜ਼ਤ ਨਾਲ, 67% ਡਿਊਟੀ ਯੂਰਪੀਅਨ ਕੰਟਰੀਜ਼ ਨੇ ਲਗਾਤੀ ਸੀਗੀ, ਅਮਰੀਕਾ ਨੇ ਵੀ ਲਗਾਤੀ ਕਿ ਚਾਈਨਾ ਦੇ ਪ੍ਰੋਡਕਟ ਨੂੰ ਜਦੋਂ ਸਾਈਕਲ ਪਾਰਟਸ ਆਏਗਾ ਜਾਂ ਸਾਈਕਲ ਆਏਗਾ 67% ਡਿਊਟੀ ਲੱਗੇਗੀ। ਉਸ ਮੌਕੇ ਨੂੰ ਅਸੀਂ ਖੁੰਝਾ ਚੁੱਕੇ ਹਾਂ। ਅੱਜ ਚਾਈਨਾ ਦੇ ਵਿੱਚ ਅਸੀਂ ਮਾਲ ਹੋਰ ਨਹੀਂ ਦਿੰਦੇ, ਚਾਈਨਾ ਦੇ ਪ੍ਰੋਡਕਟ ਨੂੰ ਰਿਪਲੇਸ ਨਹੀਂ ਕਰਦੇ, ਅਤੇ ਜਿਵੇਂ ਯੂਰਪ ਨੇ ਅਮਰੀਕਾ ਨੇ ਦੂਜੇ ਕੰਟਰੀਆਂ ਤੋਂ ਸਾਈਕਲ ਮੰਗਾਉਣਾ ਸ਼ੁਰੂ ਕਰ ਦਿੱਤਾ ਸੀਗਾ, ਇਹ ਮੌਕਾ ਵੀ ਖੁੰਝ ਜਾਏਗਾ। ਇਹ ਤਾਂ ਬਲੈਸਿੰਗ ਇਨ ਡਿਸਗਾਈਜ਼ ਹੈਗੀ ਆ। ਮੈਂ ਆਪਣੀ ਪੂਰੀ ਇੰਡਸਟਰੀ ਨੂੰ ਆਹਵਾਨ ਕਰਦਾ, ਗੇਅਰ ਅਪ ਕਰੋ, ਵਿਸ਼ਵਾਸ ਜਗਾਓ ਆਪਣੇ ਦੇ ਵਿੱਚ, ਪ੍ਰੋਡਕਸ਼ਨ ਵਧਾਓ। ਆਪਣੇ ਐਕਸਪੋਰਟਰ ਭਰਾਵਾਂ ਨੂੰ ਰਿਕੁਐਸਟ ਕਰਦਾ ਕਿ ਲਿਆਓ, ਆਰਡਰ ਲੈ ਕੇ ਆਓ। ਅਸੀਂ ਸਾਰੇ ਮਿਲ ਕੇ ਪੰਜਾਬੀ ਸਾਈਕਲ ਇੰਡਸਟਰੀ ਨੂੰ ਬਹੁਤ ਵੱਡੀ ਪ੍ਰੋਡਕਸ਼ਨ ਦੇ ਰਹੇ ਹਾਂ, ਦੇਣ ਨੂੰ ਵੀ ਤਿਆਰ ਹਾਂ। ਮੈਂ ਤਾਂ ਕੱਲ੍ਹ ਵੀ ਇੱਕ ਪੋਲੀਟੀਕਲ ਪਾਰਟੀ ਦੇ CM ਆਏ ਸੀਗੇ, ਉਹਨਾਂ ਨੂੰ ਕਿਹਾ ਸੀ ਨਾਨ ਪੋਲੀਟੀਕਲ ਆ ਬਟ ਸਾਈਕਲ ਇੰਡਸਟਰੀ ਨੂੰ ਟੈਕਨੋਲੋਜੀ ਚਾਹੀਦੀ ਹੈ। ਇਹ ਮੌਕਾ ਹੁਣ ਭਾਰਤ ਸਰਕਾਰ ਕੋਲ ਕਿ ਸਾਈਕਲ ਇੰਡਸਟਰੀ ਵਾਸਤੇ ਨਵੀਂ ਟੈਕਨੋਲੋਜੀ, ਨਵੇਂ ਮਟੀਰੀਅਲ ਜਿਵੇਂ ਐਲੂਮੀਨੀਅਮ ਅਲਾਇਜ਼ ਹੈ, ਕਾਰਬਨ ਫਾਈਬਰ ਹੈ, ਟਾਈਟੇਨੀਅਮ ਤਾਂ ਚਲੋ ਬਾਅਦ ਦੀ ਗੱਲ ਹੈ, ਜਾਂ ਸਾਨੂੰ ਸੈਕਿੰਡ ਹੈਂਡ ਮਸ਼ੀਨਰੀ ਇੰਪੋਰਟਡ ਕਸਟਮ ਡਿਊਟੀ 0 ਕਰਕੇ ਮੰਗਾ ਲੈਂਦੇ ਹੋ। ਜੇ ਅਸੀਂ ਇੱਦਾਂ ਦੇ ਕੰਮ ਨੂੰ ਪ੍ਰਮੋਟ ਕਰ ਗਏ, ਸਾਈਕਲ ਇੰਡਸਟਰੀ ਦੀ ਪ੍ਰੋਡਕਸ਼ਨ ਵਧਾ ਲਈ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਮੌਕਾ ਨਹੀਂ ਆਉਣਾ
ਨਹੀਂ ਤੇ ਖੁੰਝ ਜਾਵਾਂਗੇ ਤੇ ਅੱਗੇ ਵਾਂਗੂ ਬੈਠੇ ਰਹੋ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਇੰਡਸਟਰੀ ਫੋਕਸ ਕਰੇ ਔਰ ਸਹੀ ਵਿਜ਼ਨ ਲਵੇ ਤੇ ਇਹ ਮੌਕਾ ਸਾਡੀ ਇੰਡਸਟਰੀ ਲਈ, ਇੰਡੀਆ ਲਈ ਬਹੁਤ ਅੱਛਾ ਮੌਕਾ ਹੈ। ਚਾਈਨਾ ਦੇ ਵਿੱਚ ਜੇ ਠੀਕ ਹੈ ਉੱਥੇ ਕ੍ਰਾਈਸਿਸ ਹੈ ਪਰ ਕਿਤੇ ਨਾ ਕਿਤੇ ਤਾਂ ਉਹ ਇੰਡਸਟਰੀ ਸ਼ਿਫਟ ਹੋਣੀ ਹੈ। ਸੋ ਸਾਨੂੰ ਉਹ ਜਿਹੜੀ ਮਾਰਕੀਟ ਦੀ ਡਿਮਾਂਡ ਨੂੰ ਇਨਕੈਸ਼ ਕਰਨਾ ਚਾਹੀਦਾ ਹੈ। ਦੇਖੋ ਮੈਂ ਕਹਿੰਦਾ ਇੰਡਸਟਰੀ ਸ਼ਿਫਟ ਚਾਈਨਾ ਦੇ ਨਹੀਂ ਹੋ ਰਹੀ, ਕਸਟਮਰ ਦਾ ਫੋਕਸ ਸ਼ਿਫਟ ਹੋ ਰਿਹਾ ਇੰਡੀਆ ਵੱਲ। ਬਿਲਕੁਲ ਠੀਕ ਹੈ। ਇਸ ਵੇਲੇ ਕੱਲਾ ਇੱਕ ਛੋਟੀ MSME ਸੈਕਟਰ ਨਹੀਂ, ਉਹੀ ਸਾਡੇ ਕਾਰਪੋਰੇਟਸ ਤੇ ਐਕਸਪੋਰਟਰ, ਇਹ ਤਿੰਨੋਂ ਦੀ ਇੱਕ ਚੇਨ ਨੂੰ ਇੰਨਾ ਕੁ ਸਟਰੈਂਥਨ ਕਰਨ ਦੀ ਲੋੜ ਹੈਗੀ ਹੈ ਕਿ ਅਸੀਂ ਆਪਣਾ ਇੱਕ ਗੱਠਜੋੜ ਇੰਨਾ ਪੱਕਾ ਕਰ ਲਈਏ। ਅੱਜ ਐਕਸਪੋਰਟਰ ਤੇ OEMs ਖੁੱਲ੍ਹੇ ਆਰਡਰ ਬਾਹਰੋਂ ਲੈ ਕੇ ਆਉਣ, MSME ਇੰਡਸਟਰੀ ਨੂੰ ਚਾਹੇ ਫਾਈਨੈਂਸ਼ੀਅਲ ਹੈਲਪ ਹੈ, ਚਾਹੇ ਕੋਈ ਰॉ ਮਟੀਰੀਅਲ ਦੀ ਹੈਲਪ ਹੈਗੀ ਹੈ, ਲੋਕਲ ਰॉ ਮਟੀਰੀਅਲ ਦਿਓ, ਅਸੀਂ ਕਰਕੇ ਪ੍ਰੋਡਕਸ਼ਨ ਇਮੀਡੀਏਟਲੀ ਰਾਤ ਨੂੰ ਗੇਅਰ ਅਪ ਕਰ ਸਕਦੇ ਹਾਂ। ਅਸੀਂ 8 ਘੰਟੇ ਫੈਕਟਰੀ ਚਲਾ ਰਹੇ ਹਾਂ, 24 ਘੰਟੇ ਚਲਾ ਦੇਵਾਂਗੇ। ਇੱਕ ਵਾਰੀ ਅਸੀਂ ਇੰਟਰੋਡਿਊਸ ਕਰ ਜਾਵਾਂਗੇ, ਇਸ ਵੇਲੇ ਚਾਈਨਾ ਨੂੰ ਰਿਪਲੇਸ ਕਰ ਜਾਵਾਂਗੇ ਵਿਦ ਦ ਪੈਸੇਜ ਆਫ ਟਾਈਮ। ਇੱਕ ਰੈਗੂਲਰ ਆਈਟਮਾਂ ਜਿਹੜੀ ਜਾ ਰਹੀਆਂ ਜਾਂ ਨਵੇਂ ਜਿਹੜੀਆਂ ਆਈਟਮਾਂ ਆ ਰਹੀਆਂ ਉਹਨੂੰ ਡਿਵੈਲਪ ਕਰ ਜਾਵਾਂਗੇ ਤੇ ਚਾਈਨਾ ਤੇ ਸ਼ਾਇਦ ਆਪਣੇ ਨੇੜੇ ਤੇ ਟਿਕੇਗਾ ਵੀ ਨਹੀਂ। ਸਰ ਚਾਵਲਾ ਸਾਹਿਬ, ਸਾਨੂੰ ਇਹ ਪਤਾ ਕਿ ਤੁਹਾਡੇ ਸਾਡੇ ਇੰਡੀਆ ਦੇ ਵਿੱਚ ਜਿਵੇਂ ਤੁਸੀਂ ਬਾਈਸਾਈਕਲ ਦੀ ਗੱਲ ਕੀਤੀ ਤੇ ਕਾਰਪੋਰੇਟ ਵਰਲਡ ਦੇ ਵਿੱਚ ਤੁਹਾਡੀ ਬਹੁਤ ਅੱਛੀ ਪਕੜ ਵੀ ਹੈ ਔਰ ਬਹੁਤ ਜ਼ਿਆਦਾ ਉਹ ਤੁਹਾਡੀ ਮੰਨਦੇ ਵੀ ਹੈ ਔਰ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਜ਼ਿਆਦਾ ਉਹਨਾਂ ਦਾ ਸਪੋਰਟ ਵੀ ਮਿਲਦੀ ਹੈ। ਸੋ ਕਿਉਂਕਿ ਇੰਡਸਟਰੀ ਦੀ ਗੱਲ ਕਰੀਏ ਤੇ ਉਹ ਕਹਿੰਦੇ ਕਿ ਜਦੋਂ ਜਿਹੜੇ ਸਾਡੇ ਮੇਨ ਲੀਡਰ ਹੈਗੇ ਆ ਇਸ ਬਾਈਸਾਈਕਲ ਇੰਡਸਟਰੀ ਦੇ, ਜਿਹੜੇ ਵੀ ਟੌਪ 4-5 ਕੰਪਨੀਜ਼ ਹੈਗੀਆਂ, ਉਹਨਾਂ ਨੂੰ ਹੀ ਗੇਅਰ ਅਪ ਹੋਣਾ ਪਏਗਾ। ਬਾਕੀ ਤਾਂ ਡੱਬੇ ਤੇ ਪਿੱਛੇ ਚੱਲਦੇ ਆ, ਅਗਲੇ ਇੰਜਨ ਤਾਂ ਉਹੀ ਹੈ। ਸੋ ਤੁਸੀਂ ਉਹਨਾਂ ਦੇ ਨਾਲ ਕਿੱਦਾਂ ਦੀਆਂ ਮੀਟਿੰਗਾਂ ਕਰੋਗੇ, ਕਿੱਦਾਂ ਉਹਨਾਂ ਦੇ ਨਾਲ ਮਿਲ ਕੇ ਕੁਝ ਇੱਦਾਂ ਦਾ ਕੀ ਸਟੈਪਸ ਚੱਕੋਗੇ ਕਿ ਪੂਰੀ ਦੀ ਪੂਰੀ ਸਾਈਕਲ ਇੰਡਸਟਰੀ ਦੀ ਜੇ ਗੱਲ ਕਰੀਏ ਤੇ ਉਹਨਾਂ ਨੂੰ ਗੇਅਰ ਅਪ ਹੋਵੇ, ਉਹਨਾਂ ਨੂੰ ਇਸ ਮੌਕੇ ਨੂੰ ਅਸੀਂ ਭੁਨਾ ਸਕੀਏ, ਜਿੱਦਾਂ ਤੁਸੀਂ ਖੁਦ ਕਿਹਾ ਕਿ ਅਸੀਂ ਆਪਣੇ ਆਪ ਨੂੰ ਇਨਕੈਸ਼ਮੈਂਟ 'ਚ ਲੈ ਜਾਈਏ। ਦੇਖੋ ਮੈਂ ਤੁਹਾਨੂੰ ਪਹਿਲੇ ਕਲੀਅਰ ਕਰ ਦਿਆਂ ਕਿ ਕਾਰਪੋਰੇਟਸ ਦੇ ਵਿੱਚ ਪਕੜ ਨਹੀਂ ਹੁੰਦੀ। ਮੈਂ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਦਾ ਇੱਕ ਸੇਵਾ ਐਜ਼ ਏ ਪ੍ਰੈਜ਼ੀਡੈਂਟ 5ਵੀਂ ਵਾਰੀ ਮਿਲੀ ਹੈ। ਮੇਰੇ ਪਿਆਰ, ਕਿਉਂਕਿ ਮੈਂ ਖੁਦ ਮਾਈਕਰੋ ਇੰਡਸਟਰੀ 'ਚੋਂ ਹਾਂ, ਅਸੀਂ ਸਾਰਿਆਂ ਨੂੰ ਇੱਕ ਬਰਾਬਰ ਐਟ ਪਾਰ ਗਿਣਦੇ ਹਾਂ, ਚਾਹੇ ਉਹ ਛੋਟਾ ਯੂਨਿਟ ਹੈ, ਮਾਈਕਰੋ ਹੈ, ਮੀਡੀਅਮ ਹੈ, ਸਮਾਲ ਹੈ ਜਾਂ ਵੱਡਾ ਹੈ। ਇਸ ਕਰਕੇ ਪਿਆਰ ਮੇਰਾ ਸਾਰਿਆਂ ਨਾਲ ਹੈ, ਸਤਿਕਾਰ ਸਾਰਿਆਂ ਦਾ। ਅੱਜ ਮੈਂ ਇੰਡਸਟਰੀ ਦਾ ਪ੍ਰੈਜ਼ੀਡੈਂਟ ਹੈਗਾ, ਸਾਰਿਆਂ ਵਾਸਤੇ ਇਕੱਠਾ ਹੀ ਹਾਂ। ਦੂਜੀ ਗੱਲ, ਮੈਂ ਆਲਰੇਡੀ ਗੱਲ ਕੀਤੀ ਹੈ ਕਾਰਪੋਰੇਟਸ ਦੇ ਨਾਲ ਵੀ, ਕੁਝ ਐਕਸਪੋਰਟਰ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਆਲਰੇਡੀ ਆਪਣੇ ਓਵਰਸੀਜ਼ ਬਾਇਰਸ ਨੂੰ ਟੈਪ ਕਰਨਾ ਸ਼ੁਰੂ ਕਰ ਦਿੱਤਾ ਵਾ। ਸਾਡੇ ਇੱਕ ਐਕਸਪੋਰਟਰ ਸ਼ਾਇਦ ਕੱਲ੍ਹ ਵੀ ਫਲਾਈ ਕਰਕੇ ਗਿਆ ਬਾਹਰ, ਉਹ ਵੈਸੇ ਸੋਚ ਨਾਲ ਗਿਆ ਕਿ ਜਿੰਨੇ ਆਰਡਰ ਮਿਲਣਗੇ ਲਿਆਵਾਂਗੇ, ਬਟ ਅਸੀਂ ਅਸ਼ੋਰ ਕਰਦੇ ਹਾਂ ਕਿ ਮਾਈਕਰੋ ਇੰਡਸਟਰੀ, ਛੋਟੀ ਇੰਡਸਟਰੀ, ਮੀਡੀਅਮ ਇੰਡਸਟਰੀ ਬਿਲਕੁਲ ਮੈਂਟਲੀ ਵੀ ਤਿਆਰ ਹੈ ਤੇ ਕੰਮ ਕਰਾਂਗੇ। ਜਿੰਨਾ ਵੀ ਸਾਨੂੰ ਆਰਡਰ ਕਾਰਪੋਰੇਟਸ ਜਾਂ ਐਕਸਪੋਰਟਰ ਲਿਆ ਕੇ ਦੇਣਗੇ, ਮੇਰੀ ਪੂਰੀ ਇੰਡਸਟਰੀ ਤਨਦੇਹੀ ਨਾਲ ਕੰਮ ਕਰਕੇ ਇਸ ਮੌਕੇ ਨੂੰ ਵੱਧ ਤੋਂ ਵੱਧ ਇਨਕੈਸ਼ ਕਰਾਂਗੇ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ ਜੀ। ਸੋ ਦੋਸਤੋ, ਇਹ ਹੈਗੇ ਸਾਡੇ DS ਚਾਵਲਾ ਜੀ, ਜਿਨ੍ਹਾਂ ਨੇ ਬਹੁਤ ਅੱਛੀ ਗੱਲ ਕੀਤੀ ਹੈ ਇੰਡਸਟਰੀ ਲਈ। ਉਹਨਾਂ ਨੇ ਕਿਹਾ ਕਿ ਮੌਕਾ ਬਹੁਤ ਅੱਛਾ ਹੈ, ਸੁਨਹਿਰੀ ਮੌਕਾ ਹੈ, ਦਰਵਾਜ਼ੇ 'ਤੇ ਆਇਆ ਖੜਾ ਹੈ। ਇੰਡੀਆ ਬਾਈਸਾਈਕਲ ਦੀ ਗੱਲ ਕਰੀਏ ਤਾਂ ਸੈਕਿੰਡ ਲਾਰਜੈਸਟ ਮੈਨੂਫੈਕਚਰਰ ਆਲਰੇਡੀ ਹੈਗਾ, ਥੋੜ੍ਹਾ ਜਿਹਾ ਗੇਅਰ ਅਪ ਕਰਨ ਦੀ ਜ਼ਰੂਰਤ ਹੈ। ਉਹ ਕਹਿੰਦੇ ਨੇ ਕਿ ਓਪਰਚੁਨਿਟੀ ਤੇ ਜਿਹੜਾ ਸਮਾਂ ਹੈ ਉਹ ਕਦੀ ਦੁਬਾਰਾ ਨਹੀਂ ਮਿਲਦੇ। ਸੋ ਇਸ ਵਾਰੀ ਦੋਨੋਂ ਚੀਜ਼ਾਂ ਸਹੀ ਸਮੇਂ ਤੇ ਸਹੀ ਓਪਰਚੁਨਿਟੀ ਤੁਹਾਡੇ ਦੋਸਤੋ ਦਰਵਾਜ਼ੇ ਦੇ ਕੋਲ ਹੈ, ਖਾਸ ਕਰਕੇ ਬਾਈਸਾਈਕਲ ਇੰਡਸਟਰੀ ਦੇ ਕੋਲ। ਹੁਣ ਉਹ ਇਹਨੂੰ ਭੁਨਾ ਪਾਉਂਦੇ ਕਿ ਨਹੀਂ ਭੁਨਾ ਪਾਉਂਦੇ, ਉਹਨਾਂ ਦੀ ਇੱਕ ਅੰਦਰ 'ਚ ਕਰੇਜ ਹੈਗੀ ਹੈ ਜਾਂ ਨਹੀਂ ਹੈਗੀ ਅੱਗੇ ਵਧਣ ਦੀ, ਇਹ ਉਹਨਾਂ 'ਤੇ ਹੈ। ਪਰ ਓਪਰਚੁਨਿਟੀ ਹੈ, ਦਰਵਾਜ਼ੇ 'ਤੇ ਖੜੀ ਹੈ। ਔਰ ਲੁਧਿਆਣਾ ਦਾ ਜੇ ਲੁਧਿਆਣਾ ਬਾਈਸਾਈਕਲ ਇੰਡਸਟਰੀ ਇਸ ਓਪਰਚੁਨਿਟੀ ਨੂੰ ਇਨਕੈਸ਼ ਕਰ ਜਾਂਦੀ ਹੈ, ਜਿੱਦਾਂ ਕਿ ਚਾਵਲਾ ਸਾਹਿਬ ਨੇ ਕਿਹਾ, ਤੇ ਉਹ ਦਿਨ ਦੂਰ ਨਹੀਂ ਕਿ ਇਹ ਸਾਡੀ ਜਿਹੜੀ ਇਹ ਇੰਡਸਟਰੀਅਲ ਗਰੋਥ, ਸਾਈਕਲ ਇੰਡਸਟਰੀ ਦੀ ਗਰੋਥ ਮਲਟੀਪਲਸ 'ਚ ਹੋਏਗੀ। ਸੋ ਇੱਦਾਂ ਹੀ ਵੱਖ-ਵੱਖ ਹੋਰ ਵੀ ਇੰਡਸਟਰੀ ਦੇ ਨਾਲ ਜਿਹੜਾ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ, ਉਹਨਾਂ ਦੇ ਐਕਸਪਰਟਸ ਦੇ ਵਿਊਜ਼ ਤੁਹਾਡੇ ਤੱਕ ਸਾਂਝੇ ਕਰਾਉਂਦੇ ਰਹਾਂਗੇ। ਦੇਖਦੇ ਰਹੋ, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।